ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਰੀ ਗੁੱਡ ਮਾਰਨਿੰਗ ਜੀ ਆਇਆਂ ਨੂੰ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁੱਡ ਮਾਰਨਿੰਗ ਵਿੱਚ ਗੁੱਡ ਈਵਨਿੰਗ ਜੀ। ਅਸੀਂ ਈਵਨਿੰਗ ਤੇ ਬੈਠੇ, ਤੁਸੀਂ ਮਾਰਨਿੰਗ ਤੇ ਬੈਠੇ ਜੀ, ਦੋ ਇਸ ਮੁਤਾਬਕ ਜੀ 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 ਕੋਈ ਦੋ ਰਾਹ। ਅੱਛਾ ਭੱਟੀ ਸਾਹਿਬ, ਅਜੇ 3 ਮਹੀਨੇ ਹੋ ਗਏ, ਸਾਢੇ ਤਿੰਨ ਮਹੀਨੇ ਸਾਡੇ ਹਨੀਮੂਨ ਪੀਰੀਅਡ ਚੱਲ ਰਿਹਾ ਹੈ। ਔਰ ਥੋੜੇ ਦਿਨ ਪਹਿਲਾਂ ਜਿੱਧਰ ਭਗਵੰਤ ਮਾਨ ਅਤੇ ਉਹਨਾਂ ਦਾ ਕਾਫਲਾ ਜਾਂਦਾ ਸੀ, ਉਹਨਾਂ ਦੇ ਸਾਥੀ ਜਾਂਦੇ ਸੀ, ਮੈਂ ਕਿਹਾ ਗੇਂਦੇ ਦੇ ਫੁੱਲ ਮੁਕਾ ਛੱਡੇ ਪੰਜਾਬ ਚੋਂ। ਹਾਂਜੀ ਜੀ ਭਦੌੜ ਵਿਖੇ ਜਨਾਬ ਦੀ ਰੋਡ ਮਾਰਚ ਵਿੱਚ ਭਰਵਾਂ ਹੁੰਗਾਰਾ ਓਨਾ ਨਹੀਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀ। ਕੀ ਕਹਿਣਾ ਚਾਹੋ? ਜਿੰਨੇ ਹੰਗਾਰੇ ਦੀ ਗੱਲ ਕਰਦੇ ਆ ਜੀ, ਉਦੋਂ ਵੱਧ ਉੱਥੇ ਧਰਨੇ ਤੇ ਮਜ਼ਾਰੇ ਹੋਏ। ਗਰਮੇਲ ਸਿੰਘ ਘਰਾਚੋ ਜਿਹਦਾ ਆਪਣਾ ਪਿੰਡ ਆ, ਉਹਦੇ ਪਿੰਡ ਦੇ ਵਿੱਚ ਹੀ ਮਜ਼ਾਰੇ ਹੋਏ। ਜਿਹੜੀਆਂ ਗੱਡੀਆਂ ਪਿੱਛੇ ਲਿਖੀਆਂ ਸੀ ਉਹ ਬੰਦੇ ਸੀ ਕਿਸੇ ਕੇਂਦਰ ਬੰਦੇ ਦਾ ਕਾਫਲਾ ਜਾ ਰਿਹਾ। ਲੋਕ ਕਹਿ ਰਹੇ ਸੀ ਕਿ ਮਾਨ ਸਾਹਿਬ ਬੜੀ ਛੇਤੀ ਤੁਹਾਡੀ ਆਉਣ ਤੇ ਸਾਨੂੰ ਜਿਹੜਾ ਵੱਟਾ ਲੱਗ ਗਿਆ ਜੀ, ਲੋਕ ਬੜੀ ਛੇਤੀ ਨਾਰਾਜ਼ ਹੋ ਗਏ। ਤੇ ਮਾਨ ਸਾਹਿਬ ਮੁੱਖ ਮੰਤਰੀ ਬਣ ਤੋਂ ਬਾਅਦ ਪਹਿਲੀ ਵਾਰੀ ਇਸ ਇਲਾਕੇ ਚ ਭਦੌੜ ਚ ਆਏ। ਅਜੇ ਆਪਣੇ ਧੂਰੀ ਇਲਾਕੇ ਚ ਨਹੀਂ ਗਏ। ਇੱਥੇ ਜਿਹੜੀ ਮੁਹਿੰਮ ਚੱਲ ਰਹੀ ਹੈ ਜੀ, ਆਮ ਤੌਰ ਤੇ ਬਾਈ ਇਲੈਕਸ਼ਨ ਬੜੀ ਸਰਗਰਮ ਮੁਹਿੰਮ ਹੁੰਦੀ ਹੈ, ਹਰ ਪਾਰਟੀ ਆਪਣਾ ਪੂਰਾ ਜ਼ੋਰ ਲਾਉਂਦੀ ਹੈ। ਲੇਕਿਨ ਇਹ ਮੁਹਿੰਮ ਇੰਨੀ ਕੁ ਠੰਡੀ ਆ ਕਿ ਜਿਹੜੇ ਦਾਰੂ ਸਿੱਖਾ ਪੀਣ ਵਾਲੇ ਨੂੰ ਕਹਿਣ ਲੱਗ ਪਏ ਜੀ ਉਮੀਦਵਾਰ ਕੀਤੀ ਕੰਜੂਸੀ ਤੇ ਦਾਰੂ ਪੀਣ ਵਾਲਾ ਚਾਹੀ ਮਜੂਸੀ। ਹੁਣ ਉਹ ਮਜੂਸੀ ਕੀ ਚੱਲ ਚੜਦੀ ਤੇ ਪਤਾ ਨਹੀਂ। ਇੱਥੋਂ ਤੱਕ ਕਿ ਸਿੰਘ ਢਿੱਲੋਂ ਜਿਹੜੇ ਪਹਿਲਾਂ ਕਾਂਗਰਸੀ ਉਮੀਦਵਾਰ ਸੀ ਤੇ ਐਮਪੀ ਉਹ ਬੀਜੇਪੀ ਦੇ ਉਮੀਦਵਾਰ ਨੇ, ਉਹਨਾਂ ਆਪਣਾ ਦਫ਼ਤਰ ਤੱਕ ਨਹੀਂ ਖੋਲ੍ਹਿਆ। ਦਫ਼ਤਰ ਵੀ ਆਪਣਾ ਘਰੋਂ ਹੀ ਚਲਾ ਰਿਹਾ। ਆਮ ਆਦਮੀ ਪਾਰਟੀ ਨੂੰ ਦਫ਼ਤਰ ਬਲਕਿ ਬੰਦ ਰੱਖ ਕੇ ਭੱਜਣਾ ਪਿਆ। ਲੋਕਾਂ ਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ। ਤੁਸੀਂ ਕੀਤਾ ਸੀ ਕਿੰਨਾ ਮਹੀਨੇ ਤੋਂ ਦੱਸ ਦੇ ਮਾੜਾ ਮੋਟਾ ਤੁਸੀਂ। ਭਗਵੰਤ ਮਾਨ ਆਮ ਆਦਮੀ ਨੂੰ ਮਿਲ ਨਹੀਂ ਰਹੇ। ਭਗਵੰਤ ਮਾਨ ਦੇ ਕਹਿ ਕੇ 3 ਲੇਅਰ ਦੀ ਸਿੱਖਿਆ ਕੌਣ ਮਿਲੂ ਉਸ ਬੰਦੇ ਨੂੰ? ਭਗਵੰਤ ਮਾਨ ਨੇ ਆਪਣੀ ਸਪੀਚ ਵਿੱਚ ਕਿਹਾ ਕਿ ਇੱਥੇ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ। ਤੇ ਪਤਾ ਲੱਗਾ ਕਿ ਜਿਹੜੀ ਸਿਕਿਉਰਿਟੀ ਆ ਉਹ ਖਤਰੇ ਦੇ ਉੱਤੇ ਹੋਰ ਟਾਈਟ ਕਰਤੀ ਕੁਝ ਗੇਟ ਉਹਨਾਂ ਨੇ ਪੱਕੇ ਤੌਰ ਤੇ ਬੰਦ ਕਰਨਾ ਫੈਸਲਾ ਲਿਆ। ਸਿਕਿਉਰਿਟੀ ਜਦੋਂ ਤੁਹਾਨੂੰ ਆਪਣੇ ਲੋਕਾਂ ਤੋਂ ਖਤਰਾ ਵਾ ਤੇ ਫਿਰ ਕੀ ਸੇਵਾ ਕਾਹਦੀ ਕਰਨੀ? ਆਪਾਂ ਚਾਵਲਾ ਸਾਹਿਬ ਜਥੇਦਾਰ ਨੂੰ ਕਹਿੰਦੇ ਹੁੰਦੇ, ਜਥੇਦਾਰ ਜੀ ਸੰਗੀਨਾਂ ਦੀ ਛਾਂ ਹੇਠ ਲੁੱਟਮਾਰ ਤੇ ਕੀਤੀ ਜਾ ਸਕਦੀ ਹੈ ਲੇਕਿਨ ਧਰਮ ਪ੍ਰਚਾਰ ਨਹੀਂ ਕੀਤਾ। ਜੀ ਜੀ ਇੱਥੇ ਵੀ ਭਗਵੰਤ ਮਾਨ ਦੀ ਸੰਗੀਨਾਂ ਦੀ ਛਾਂ ਹੇਠ ਤੁਸੀਂ ਆਪਣੀ ਐਸ਼ਿਤ ਕਰ ਸਕਦੇ ਹੋ ਲੇਕਿਨ ਲੋਕ ਸੇਵਾ ਨਹੀਂ ਹੋ ਸਕਦੀ ਜੀ। ਹੁਣ ਜਦੋਂ ਭਗਵੰਤ ਮਾਨ ਨੂੰ ਇਹ ਪੁੱਛਿਆ ਗਿਆ ਕਿ ਵੇਖੋ ਭਗਵੰਤ ਮਾਨ ਜੀ ਤੁਸੀਂ ਇਲੈਕਸ਼ਨ ਲੜ ਰਹੇ ਹੋ, ਕਿਸੇ ਨੂੰ ਕਿਵੇਂ ਲੱਗਦਾ ਵਾ? ਉਹਨਾਂ ਅੱਗੋਂ ਬੜਾ ਵਧੀਆ ਮਾਲੀ ਦਾ ਕੰਮ, ਪਾਣੀ ਪਾਉਣਾ, ਭਰਤਾ ਮਸ਼ਕਾ ਪਾਵੇ, ਮਾਲਕ ਦਾ ਕੰਮ ਫਲ ਲਾਉਣਾ, ਲਾਵੇ ਜਾਂ ਨਾ ਲਾਵੇ। ਲੇਕਿਨ ਉਹ ਕਹਿੰਦੇ ਜਿੱਦਾਂ ਬੱਚੇ, ਔਰਤਾਂ, ਬੱਚੀਆਂ, ਮੇਰੇ ਬਜ਼ੁਰਗ, ਮੇਰੇ ਵੀਰ ਭੈਣ ਭਰਾ ਸਾਰੇ ਸੜਕਾਂ ਤੇ ਆ ਕੇ ਨੇ, ਇਹ ਦੱਸਦਾ ਕਿ ਚੰਗਾ ਹੋਏਗਾ ਮਾੜਾ ਨਹੀਂ ਹੋਏਗਾ। ਲੇਕਿਨ ਉਹ ਵਿਖਾਏ ਨਹੀਂ ਕੈਮਰੇ ਚ ਕਿੰਨੇ ਕੁ ਲੋਕ ਉੱਥੇ ਇਕੱਠੇ ਹੋਏ। ਫਿਰ ਗੱਡੀਆਂ ਵੇਖੀਆਂ ਗਈਆਂ ਜਾ ਰਹੀਆਂ ਨੇ, ਭਗਵੰਤ ਮਾਨ ਦੀ ਗੱਡੀ ਪਰ ਖੜੇ ਨੇ, ਹੱਥ ਜੋੜ ਕੇ ਖੜੇ ਨੇ, ਲੋਕਾਂ ਨੂੰ ਜਿਹੜੀ ਸੀ ਦੂਰੋਂ ਸਲਾਮ ਕਰ ਰਹੇ, ਹੱਥ ਲਾ ਰਹੇ ਤੇ ਦੇਖਣ ਨੂੰ ਲੋਕ ਕੋਈ ਬਸ ਖੜੇ ਤੇ ਖੜੇ। ਜੀ 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 ਇਸ ਕਰਕੇ ਲੋਕਾਂ ਦੀ ਜਿਹੜੀ ਉੱਥੇ ਸੰਗਰੂਰ ਦੀ ਚੋਣ ਉਹਦੇ ਵਿੱਚ ਬਹੁਤ ਹੀ ਜਿਹੜੀ ਦਿਲਚਸਪੀ ਨਹੀਂ ਰਹੀ। ਇਸ ਕਰਕੇ ਭਗਵੰਤ ਮਾਨ ਹੋਰੀ ਬਹੁਤ ਅੱਜ ਖੁਸ਼ ਨਹੀਂ ਸੀਗੇ, ਨਿਰਾਸ਼ ਨਜ਼ਰ ਆ ਰਹੇ ਸੀਗੇ। ਆਪਾਂ ਇਸੇ ਮੰਚ ਤੇ ਗੱਲ ਸਾਂਝੀ ਕੀਤੀ, ਸਿੱਧੂ ਮੂਸੇਵਾਲ ਦੀ ਜੇ ਡੈਥ ਨਾ ਹੁੰਦੀ, ਜਿਸ ਤਰੀਕੇ ਨਾਲ ਭਗਵੰਤ ਮਾਨ ਦੀ ਭੈਣ ਦੇ ਉੱਤੇ ਹੋਲਡਿੰਗ ਲੱਗ ਗਈ ਸੀ, ਪ੍ਰਚਾਰ ਸ਼ੁਰੂ ਹੋ ਗਿਆ ਸੀਗਾ, ਟਿਕਟ ਉਹਨੂੰ ਦੇਣੀ ਲਗਭਗ ਤੈਅ ਸੀ। ਲੇਕਿਨ ਸਿੱਧੂ ਮੂਸੇਵਾਲੇ ਤੋਂ ਉਹਨਾਂ ਦੇ ਸਮੀਕਰਨ ਬਦਲੇ ਵੇਖੇ ਕਿ ਅਸੀਂ ਹਾਰ ਸਕਦੇ ਹਾਂ ਤੇ ਫਿਰ ਉਹਨਾਂ ਇੱਕ ਗੁਰਮੇਲ ਸਿੰਘ ਘਰਾਚੋ ਪਿੰਡ ਦਾ ਸਰਪੰਚ ਆ, ਉਹਨੂੰ ਜੇਤੀ ਪਾਈ ਆ ਸੂਰ ਤੇ ਲਾਇਆ ਤੇ ਕੋਈ ਜੀ। ਚਲੋ ਨਾਲੇ ਵਰਕਰ ਦਾ ਮਾਨਤਾਨ ਹੋ ਗਿਆ। ਭਗਵੰਤ ਮਾਨ ਸਾਹਿਬ CM ਬਣੇ ਨੇ, ਲੋਕ ਉਹਨਾਂ ਦੇ ਵਲੰਟੀਅਰ, ਵੋਟਰ, ਸਪੋਰਟਰ, ਪਾਰਟੀ ਸਹਿਯੋਗੀ ਜਾਂ ਖੁਦ ਵੀ ਮਹਿਸੂਸ ਕਰਦੇ ਕਿ ਸਮਾਂ ਦੇਣਾ ਚਾਹੀਦਾ।
ਪਰ ਵਾਅਦੇ ਹੀ ਇੰਨੇ ਕਰ ਦਿੱਤੇ ਨੇ ਕਿ ਉਹ ਵਾਅਦੇ ਪੂਰੇ ਨਹੀਂ ਹੋ ਰਹੇ। ਜੌਬਾਂ ਅਨਾਉਂਸ ਕਰ ਦਿੱਤੀਆਂ, ਜੌਬਾਂ ਕਿੰਨਿਆਂ ਨੂੰ ਮਿਲੀਆਂ ਨੇ, ਹੋਰ ਕਈ ਕੁਝ ਕਾਲਾ ਮਾਲਾ ਜਿਹੜਾ ਹੈ ਉਹ ਅੱਜ ਕਿਉਂਕਿ ਵੇਖੋ ਪਹਿਲਾਂ ਹੁੰਦਾ ਅਖਬਾਰਾਂ ਆਉਂਦੀਆਂ ਸੀ ਤੇ ਮਤਲਬ 1-2 ਟੈਲੀਵਿਜ਼ਨ ਹੁੰਦੇ ਸੀ, ਬਾਹਰਲੇ 2-4 ਹੁੰਦੇ ਸੀ, ਉਹ ਵਿਕੇ ਹੁੰਦੇ ਸੀ, ਇੱਕ ਅੱਧਾ ਆਜ਼ਾਦ ਪੰਛੀ ਹੁੰਦਾ ਸੀ, ਉਹ ਮਤਲਬ ਹਵਾ 'ਚ ਹੀ ਰਹਿ ਜਾਂਦੀਆਂ ਸੀ ਗੱਲਾਂ। ਹਾਂਜੀ, ਮਤਲਬ ਹਮੇਸ਼ਾ ਝੂਠ ਜਿਹੜਾ ਵਾਧਾ ਫੁੱਲ। ਸਰਕਾਰ ਨੇ ਜੋ ਲਿਖ ਕੇ ਦੇਣਾ ਉਹੀ ਲਿਖਿਆ ਜਾਂਦਾ ਸੀ, ਜਾਂ ਅਖਬਾਰਾਂ ਦੇ ਜਿਹੜੇ ਵੱਡੇ ਜਿਹੜੇ ਮਾਲਕ ਸੀਗੇ, ਤੁਹਾਨੂੰ ਪਤਾ ਉਹਨਾਂ ਦੀਆਂ ਵੀ ਆਪਣੀਆਂ ਮਜਬੂਰੀਆਂ ਹੁੰਦੀਆਂ ਸੀ, ਉਹ ਸਾਰਾ ਕੁਝ ਆਪਣੇ ਲੈਵਲ 'ਤੇ ਜਿਹੜਾ ਤੁਹਾਡੀ ਖਬਰ ਭੇਜੀ ਹੋਈ ਵੀ ਉਹਦੇ ਵਿੱਚ ਵੀ ਕਈ ਲਾਈਨਾਂ ਜਿਹੜੀਆਂ ਸੀ ਕੱਟੀਆਂ ਜਾਂਦੀਆਂ ਸੀ, ਪਰ ਧੜੱਲੇਦਾਰ ਪੱਤਰਕਾਰ ਲਵਾ ਲੈਂਦੇ ਸੀ। ਹੁਣ ਸੋਸ਼ਲ ਨੈਟਵਰਕ ਮੀਡੀਆ ਸਵਾਲ ਬੜੇ ਉੱਠਦੇ, ਭਗਵੰਤ ਮਾਨ ਫਸਿਆ ਪਿਆ, ਉਹ ਕਰਨਾ ਚਾਹੁੰਦਾ, ਤੁਸੀਂ ਜਿਵੇਂ ਦੱਸਿਆ 3 ਟੇਬਲ ਉੱਥੇ ਲੱਗੇ ਨੇ। ਹੁਣ ਪਹਿਲਾ ਪੈਂਦੀ ਸੱਟੇ ਜਿਹੜਾ ਹੈ ਬੁੱਧੀਜੀਵੀ ਪੰਜਾਬੀ ਜਾਂ ਬੁੱਧੀਜੀਵੀ ਪੜ੍ਹਿਆ ਲਿਖਿਆ ਭਾਰਤੀ ਵੀ ਜਾਂ ਬੁੱਧੀਜੀਵੀ ਪੰਜਾਬ ਦਾ ਵੋਟਰ, ਜਦੋਂ 5 ਇਹਨਾਂ ਨੇ ਰਾਜ ਸਭਾ ਦੇ ਮੈਂਬਰ ਚੁਣੇ ਨੇ, ਉਦੋਂ ਸਾਰੇ ਪੱਤਰਕਾਰ ਚਾਹੇ ਬੋਲੇ ਚਾਹੇ ਨਾ ਬੋਲੇ, ਚਾਹੇ ਕੋਈ ਪੜ੍ਹਿਆ ਲਿਖਿਆ ਬੁੱਧੀਜੀਵੀ ਆਰਟੀਕਲ ਲਿਖੇ ਚਾਹੇ ਨਾ ਲਿਖੇ, ਉਹ 5 ਉਂਗਲਾਂ ਮੂੰਹ 'ਚ ਪਾ ਕੇ ਸੋਚਣ ਤੇ ਮਜਬੂਰ ਹੋ ਗਿਆ ਸੀ ਆਹ ਕੀ ਕਰ ਲਿਆ ਸੀ। ਪਹਿਲਾ ਹੀ ਜੋ ਤੋਹਫਾ ਦਿੱਤਾ ਪੰਜਾਬੀਆਂ ਨੂੰ ਉਹਨੇ ਹਰਾ ਕੇ ਰੱਖਤਾ। ਉਦੋਂ ਬਾਅਦ ਹੋਰ ਜੋ ਕੁਝ ਵੀ ਕੀਤਾ ਹੈ ਉਹ ਅਸੀਂ ਪੜ੍ਹ ਸੁਣ ਰਹੇ ਹਾਂ, ਆਪਾਂ ਸੁਣਾ ਸਕਦੇ ਹਾਂ। ਮੌਕਾ ਦਿਓ, ਅਜੇ ਟਾਈਮ ਦਿਓ। ਚਲੋ ਠੀਕ ਹੈ, ਭਗਵੰਤ ਮਾਨ ਹੁਣਾਂ ਦਾ ਆਪਣਾ ਵੀ ਰਵੱਈਆ ਜਿਹੜਾ ਹੈ ਥੋੜ੍ਹਾ ਜਿਹਾ ਚੇਂਜ ਹੋਇਆ। ਤੁਸੀਂ ਦੱਸ ਦਿੱਤਾ ਕਿ ਪਬਲਿਕ ਦੇ ਸਾਹਮਣੇ, ਪੱਤਰਕਾਰਾਂ ਦੇ ਸਾਹਮਣੇ ਉਹ ਨਹੀਂ ਇਸ ਤਰ੍ਹਾਂ ਵਿਚਰਦੇ ਜਿਵੇਂ ਪਹਿਲਾਂ ਵਿਚਰਨਾ ਚਾਹੀਦਾ ਸੀ। ਉਹਨਾਂ ਨੂੰ ਇਹਦਾ ਇੱਕ ਰਿਜ਼ਲਟ ਥੋੜ੍ਹਾ ਜਿਹਾ ਮਿਲ ਗਿਆ ਹੈ ਕਿ ਲੋਕ ਆਏ ਨੇ। ਲੋਕ ਬਾਹਰ ਆਏ ਹੁੰਦੇ ਤੇ ਨਾਲ ਦੀ ਨਾਲ ਫੁੱਲਾਂ ਦੀ ਵਰਖਾ ਵੀ ਤਾਂ ਦਿਖਾਈ ਜਾਂਦੀ ਸੀ, ਤੇ ਜਦੋਂ ਲੋਕ ਬਾਹਰ ਆਏ ਸੀ ਉਦੋਂ ਫੁੱਲਾਂ ਦੀ ਵਰਖਾ ਹੁੰਦੀ ਦਿਖਾਈ ਜਾਂਦੀ ਸੀ। ਅੱਜ ਇਹਨਾਂ ਦਾ IT ਸੈੱਲ ਉਹ ਚੀਜ਼ ਨਹੀਂ ਨਾ ਦਿਖਾ ਸਕਦਾ। ਸੋ ਸਮਝ ਲੈਣਾ ਚਾਹੀਦਾ, ਕੰਨ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਵੀ ਹੁਣ ਸਾਡਾ ਹਾਲਾਤ ਕੀ ਹੈ, ਸਾਨੂੰ ਕਰਨਾ ਪਊਗਾ। ਤੁਹਾਨੂੰ ਪੰਜਾਬੀਆਂ ਨੇ ਮੌਕਾ ਦਿੱਤਾ, ਤੁਹਾਨੂੰ ਬੋਲਣਾ ਪਊਗਾ, ਤੁਹਾਨੂੰ ਕਹਿਣਾ ਵੀ ਪਊਗਾ, ਤੁਹਾਨੂੰ ਸੁਣਨਾ ਵੀ ਪਊਗਾ, ਤੁਹਾਨੂੰ ਜਵਾਬ ਵੀ ਦੇਣੇ ਪੈਣਗੇ ਤੇ ਕੰਮ ਕਰਨਾ ਪਊਗਾ। ਆਜ਼ਾਦਾਨਾ ਤੌਰ 'ਤੇ ਭਗਵੰਤ ਮਾਨ ਕਰਨਾ ਚਾਹੁੰਦਾ ਹੈ, ਪਰ ਕੀ ਉਹਨੂੰ ਕਰਨ ਦਿੱਤਾ ਜਾ ਰਿਹਾ ਜਾਂ ਨਹੀਂ ਦਿੱਤਾ ਜਾ ਰਿਹਾ, ਬੜਾ ਵੱਡਾ ਸਵਾਲ ਹੈ। ਰਾਤ ਨੂੰ ਕਰਾਂਗੇ ਗੱਲ। ਅੱਛਾ ਚਲੋ, ਵਿਜੀਲੈਂਸ ਦਾ ਅਧਿਕਾਰੀ ਵੀ ਵਿਜੀਲੈਂਸ ਦੇ ਰਡਾਰ ਤੇ ਹੈ। ਇਹਨੂੰ ਕਹਿੰਦੇ ਆ ਉਲਟਾ ਵਾੜ ਖੇਤ ਨੂੰ ਖਾਵੇ। ਹਾਂਜੀ, ਸਾਡੇ ਇੱਕ ਵਿਜੀਲੈਂਸ ਅਫਸਰ ਹੈ ਆਸ਼ੀਸ਼ ਕਪੂਰ। ਆਸ਼ੀਸ਼ ਕਪੂਰ ਅੰਮ੍ਰਿਤਸਰ ਦੇ ਵਿੱਚ SP ਰਿਹਾ ਤੇ DSP ਰਿਹਾ ਵਾ। ਅੱਛਾ ਆਦਮੀ ਜੀ, ਮੈਂ ਉਦੋਂ ਨਹੀਂ ਵੇਖਿਆ ਕਿਸੇ ਕਰਪਸ਼ਨ ਦੀ ਗੱਲਬਾਤ ਕੀ ਹੋਵੇ, ਲੇਕਿਨ ਦੁੱਧ ਤੇ ਬੁੱਧ ਫੁੱਟਦੇ ਉਹਦਾ ਸਮਾਂ ਨਹੀਂ ਲੱਗਦਾ। ਇੱਕ ਜੇਲ੍ਹ ਸੁਪਰਡੈਂਟ ਵੀ ਰਹੇ ਨੇ, ਖੈਰ ਉਹਨਾਂ ਦੇ ਟਾਈਮ ਤੇ ਵੀ ਜੇਲ੍ਹ ਦੇ ਵਿੱਚ ਗੋਲੀਆਂ ਵਿਕਦੀਆਂ ਰਹੀਆਂ ਨੇ, ਜੇਲ੍ਹ ਵਿੱਚ ਮੋਬਾਈਲ ਹੀ, ਕਿਉਂਕਿ ਪੋਲੀਟੀਕਲ ਲੈਵਲ ਤੇ ਮੈਂ ਇੱਕ ਵਾਰੀ ਬੈਠਾ ਸੀ ਜੇਲ੍ਹ ਦੇ ਕੋਲੇ ਤੇ ਅਫਸਰ ਦਾ ਫੋਨ ਆਉਂਦਾ, ਕਹਿੰਦੇ ਸੀ ਬੜਾ ਬੰਦਾ ਹਾਂ ਕੀ ਕਰੀਏ। ਪਹਿਲੀ ਗੱਲ ਤਾਂ ਸਾਡੇ ਕੋਲ ਸਿਕਿਉਰਿਟੀ ਬੜੀ ਘੱਟ, ਦੂਸਰੀ ਗੱਲ ਵੀ ਕੰਧਾਂ ਇੰਨੀਆਂ ਛੁੱਟੀਆਂ ਨਵੀਂ ਜੇਲ੍ਹ ਦੀ ਬਣੇ, ਬਾਹਰੋਂ ਮਾਲ ਜਿੰਨਾ ਮਰਜ਼ੀ ਸੁੱਟ ਦਿਓ, ਕੀ ਕਰੀਏ। ਅਸੀਂ ਕਿਹੜੇ ਇੱਕ ਬੰਦੇ ਦੇ ਬੱਚੇ। ਚਾਵਲਾ ਸਾਹਿਬ ਜੇਲ੍ਹ ਦੇ ਵਿੱਚ ਇੱਕ ਚੱਕਰ ਹੌਲਦਾਰ ਹੁੰਦਾ ਜੀ, ਚੱਕਰ ਹੌਲਦਾਰ ਦਾ ਕੰਮ ਹੁੰਦਾ ਕਿ ਉਹ ਡਿਊਟੀ ਲੱਗੀ ਹੁੰਦੀ ਤੇ ਇੱਕ ਬਕਾਇਦਾ ਤੌਰ ਤੇ ਜਿਸ ਤਰੀਕੇ ਨਾਲ ਡਿਸਕ ਹੁੰਦੀ ਇਸ ਟਾਈਪ ਦੀ ਇੱਕ ਇਹਨਾਂ ਦੀ ਬਣਾਇਆ ਹੁੰਦਾ ਇੰਸਟਰੂਮੈਂਟ, ਉਹ ਲੈ ਕੇ ਚੱਲਦੇ ਨੇ ਘੇਰੇ ਸਾਰੀ ਜੇਲ੍ਹ ਦੇ ਘੇਰੇ। ਉਹਨਾਂ ਦਾ ਦਾਇਰਾ ਬਣਿਆ ਹੁੰਦਾ ਵੀ ਇਹ ਜਿਹੜਾ ਵਾ 50 ਕਦਮ ਇਹਨੂੰ ਚੱਲਣਾ, 50 ਕਦਮ ਚੱਲਣਾ, ਉਹ ਲੈ ਕੇ ਘੇਰੇ ਸਾਰੀ ਰਾਤ ਘੁੰਮਦੇ, ਜਾਗਦੇ ਰੋਏ। ਅੱਜ ਉਹ ਚੱਕਰ ਜਿਹੜਾ ਜੇਲ੍ਹਾਂ ਦੀ ਬਿਲਕੁਲ ਖਤਮ ਹੋ। ਹੌਲਦਾਰ ਚੱਕਰ ਜ਼ਰੂਰ ਹੈਗਾ ਵਾ, ਲੇਕਿਨ ਚੱਕਰ ਕੋਈ ਨਹੀਂ ਲਾਉਂਦਾ। ਹੁਣ ਜਿਹੜੇ ਇਹ ਆਸ਼ੀਸ਼ ਕਪੂਰ ਜੀ ਨੇ, ਇਹ ਵਿਜੀਲੈਂਸ ਦੇ ਵਿੱਚ ਸੀ। ਇੱਕ ਹਰਸ਼ ਕੁਮਾਰ ਜਿਹੜਾ ਚੀਫ ਕੰਜ਼ਰਵੇਟਿਵ ਅਫਸਰ ਇਜਲਾਸ ਲੈ ਕੇ, ਉਹਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਐਡੀਸ਼ਨ ਸਰਜਨ ਕੋਲ ਵੀ ਮੈਨੂੰ ਇਹ ਖਾਮਖਾ ਪਰੇਸ਼ਾਨ ਕਰ ਰਹੇ ਸੀ, ਆ ਕੇ ਪੇਜ ਹੋ ਤੇ ਮੈਨੂੰ ਇੱਥੇ ਤੇਲ ਦਿੱਤੀ। ਉਹਦੀ ਐਪਲੀਕੇਸ਼ਨ ਰੱਦ ਕਰ ਦਿੱਤੀ ਗਈ ਸੀ। ਕੋਈ ਗੱਲ ਨਹੀਂ, ਤੇਰੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਕੀਤਾ, ਤੇਰੇ ਤਾਂ ਕੋਈ ਜਾਇਜ਼ੀ ਨਹੀਂ ਕੀਤੀ, ਤੈਨੂੰ ਕਾਹਦੀ ਮਿਲ ਰਹੀ ਹੈ, ਤੁਸੀਂ ਜਾ ਕੇ ਪੇਸ਼ ਹੋ ਆਪਣੀ ਗੱਲ ਤੇ। ਹੁਣ ਉਹਨੇ ਉਹਦੇ ਚ ਲਿਖਿਆ, ਉਹਨੇ ਕਿਹਾ ਮੁਹਾਲੀ ਦੇ ਵਿੱਚ ਆਸ਼ੀਸ਼ ਕਪੂਰ ਦੀ ਜਿਹੜੀ ਕੋਠੀ ਬਣ ਰਹੀ ਆ ਉਹਦੀ ਲੱਕੜ ਸਾਰੀ ਜੰਗਲਾਤ ਮਹਿਕਮੇ ਦੀ ਆਈ, ਜਿਹੜੀ ਟਿੰਬਰ ਸਟੋਰ ਤੋਂ ਮਾਲ ਖਰੀਦਿਆ ਸੀ ਉਹ ਵੀ ਜੰਗਲਾਤ ਮਹਿਕਮੇ ਦਾ। ਉਹਨੇ ਕਿਹਾ ਇਸੇ ਤਰ੍ਹਾਂ ਇੱਕ ਜਿਹੜੀ ਹੈਗੀ ਸੀ ਐਕਸਾਈਜ਼ ਟੈਕਸੇਸ਼ਨ ਦਾ 21/2020 ਨੂੰ ਕੇਸ ਹੋਇਆ ਸੀਗਾ, ਉਹਦੇ ਵਿੱਚ ਵੀ ਦੋਸ਼ ਲੱਗੇ ਸੀ ਆਸ਼ੀਸ਼ ਕਪੂਰ ਦੇ ਉੱਤੇ ਵਿਜੀਲੈਂਸ ਅਧਿਕਾਰੀਆਂ, ਲੇਕਿਨ ਇਹਨੇ ਜਿਹੜੇ ਅਸਲੀ ਬੰਦੇ ਉਹ ਛੱਡ ਕੇ ਤੇ ਜਿਹੜੇ ਛੋਟੇ ਵਾਲੇ ਅਫਸਰ ਉਹ ਰੜ ਕੇ
ਵੱਡੇ ਅਫਸਰ ਨਹੀਂ ਰੱਖਣੇ। ਇਹਨਾਂ ਦੋਵਾਂ ਚੀਜ਼ਾਂ ਦੀ ਇਸ ਵੇਲੇ ਪੂਰੀ ਰੌਲਾ ਪੈ ਰਿਹਾ ਵਾ। ਆਸ਼ੀਸ਼ ਕਪੂਰ ਅੱਜ ਕੱਲ੍ਹ ਮੁੱਖ ਮੰਤਰੀ ਦੇ ਨਾਲ ਆ ਤੇ ਮੁੱਖ ਮੰਤਰੀ ਨੇ ਤੇ ਪਹਿਲਾਂ ਹੀ ਕਹਿ ਦਿੱਤਾ ਭਾਈ ਅਸੀਂ ਆਪਣਾ ਮੰਤਰੀ ਰਾਤ ਦੇ 3 ਵਜੇ ਕਿਉਂ ਫੜਿਆ ਸੀਗਾ ਕਿ ਸਵੇਰ ਚੜ੍ਹਨ ਤੱਕ ਜੇ ਕਿਸੇ ਹੋਰ ਪਾਰਟੀ ਤੇ ਲੱਗਿਆ ਸਾਡੇ ਲਈ ਮੁਸ਼ਕਲ ਹੋਈ। ਹੁਣ ਆਸ਼ੀਸ਼ ਕਪੂਰ ਕਿੱਥੇ ਜਾਣਗੇ ਪਤਾ ਨਹੀਂ। ਇਹਨਾਂ ਦੀ ਇੱਕ ਵਿਜੀਲੈਂਸ ਅਧਿਕਾਰੀ ਦੀ ਵਿਜੀਲੈਂਸ ਡਿਪਾਰਟਮੈਂਟ ਇਨਕੁਆਇਰੀ ਕਰੇਗਾ ਕਿ ਜੇ ਇਹ ਖੰਡਰ ਗੱਲਾਂ ਸੱਚੀਆਂ ਕਿ ਆਸ਼ੀਸ਼ ਕੁਮਾਰ ਲਈ ਕੋਈ ਨਾ ਕੋਈ ਜਿਹੜੀ ਨਵੀਂ ਮਸੀਹ। ਬਟ ਸਾਹਿਬ 2-3 ਸਵਾਲ ਨੇ ਆਪਣੇ ਕੋਲ 10 ਮਿੰਟ ਨੇ। ਇੱਕ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰੀ ਫਿਰ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਹੋਣਾ ਨੂੰ ਭੈਣ ਜੀ ਕਮਲਜੀਤ ਕੌਰ ਜੋ ਹਨ ਉਹਨਾਂ ਦੇ ਹੱਕ ਦੇ ਵਿੱਚ ਬੈਠਣ ਦਾ ਕਿਹਾ। ਹਾਂਜੀ, ਮਾਨ ਨੇ ਨਾ ਕਰ ਦਿੱਤੀ ਹੈ ਪਰ ਸਮਝ ਤੋਂ ਬਾਹਰ ਹੈ ਕਿ ਤੁਸੀਂ ਦੋਵੇਂ ਹਸਬੈਂਡ ਵਾਈਫ ਜਿਹੜੇ ਐਜ ਏ ਮੈਂਬਰ ਪਾਰਲੀਮੈਂਟ ਹੋ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ, ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤੀਜਾ ਮੈਂਬਰ ਪਾਰਲੀਮੈਂਟ ਜਿੱਤ ਕੇ ਕੀ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਲੇਗਾ? ਉਹ ਤੇ ਬੀਬੀ ਨਵੀਂ ਹੋਣੀ ਆ। ਹੁਣ ਤਾਂ ਕਾਜ ਵਿਹਾਰ ਸਮਝਦੇ ਆ ਜਿਵੇਂ 2 ਸਾਲ ਲੱਗ ਜਾਣੇ ਉੱਥੋਂ ਦੇ। ਤੁਸੀਂ ਤੇ ਹੰਡੇ ਵਰਤੇ ਹੋ, ਤੁਸੀਂ ਕਿਉਂ ਨਹੀਂ ਆਵਾਜ਼ ਬੁਲੰਦ ਕਰਦੇ? ਤੁਹਾਡੇ 2 ਮੈਂਬਰ ਪਾਰਲੀਮੈਂਟ ਨੇਰੀ ਲਿਆ ਸਕਦੇ ਨੇ ਤੇ ਕੱਲਾ ਬੋਲਣ ਵਾਲਾ ਹੋਵੇ ਸੀ ਤੇ ਤੁਸੀਂ ਕਿਉਂ ਨਹੀਂ? ਤੁਹਾਡੇ ਕਹਿਣ ਦੇ ਉੱਤੇ ਕਿਉਂ ਨਹੀਂ ਬੰਦੀ ਸਿੰਘ ਰਿਹਾ ਹੁੰਦੇ? ਕਿ ਤੁਸੀਂ ਮੈਂਬਰ ਪਾਰਲੀਮੈਂਟ ਨਹੀਂ ਹੋ। ਤੀਜਾ ਮੈਂਬਰ ਪਾਰਲੀਮੈਂਟ ਜਿੱਤ ਕੇ ਸਵਾਲ ਉੱਠ ਰਿਹਾ ਕਿ ਕਿਵੇਂ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਊਗੀ। ਬੀਬੀ ਕਮਲਜੀਤ ਕੌਰ ਕਿਹੜਾ ਉੱਥੇ ਜਾ ਕੇ ਮਤਲਬ ਇਹੋ ਜਿਹਾ ਮਤਲਬ ਬਿਆਨ ਦੇਵੇਗੀ ਕਿ ਜਿਹਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਮਿੰਟੋ ਮਿੰਟੀ ਹੋ ਜਾਣੀ? ਜਿਹੜੀ ਗੱਲ ਤੁਸੀਂ ਕਹੀ ਆ ਜੀ ਸੁਖਬੀਰ ਸਿੰਘ ਬਾਦਲ ਦੀ ਡਾਇਰੈਕਟਰ ਆਪ ਦੀ ਅਪੀਲ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਜੀ। ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਬਕਾਇਦਾ ਤੌਰ ਤੇ ਭੂੰਦੜ ਸਾਹਿਬ, ਚੰਦੂ ਮਾਜਰਾ ਸਾਹਿਬ ਇਹ ਸਾਰੇ ਲੀਡਰ ਜਾ ਕੇ ਮਿਲੇ ਸੀ। ਮਾਨ ਸਾਹਿਬ ਤੁਸੀਂ ਐਸੀ ਇਲੈਕਸ਼ਨ ਨਾ ਲੜੋ ਤੇ ਤੁਹਾਨੂੰ ਬਕਾਇਦਾ ਤੌਰ ਤੇ 2024 ਦੇ ਵਿੱਚ ਇਲੈਕਸ਼ਨ ਅਸੀਂ ਆਪਣਾ ਉਮੀਦਵਾਰ ਨਹੀਂ ਖੜਾ ਕਰਾਂਗੇ, ਤੁਸੀਂ ਜਿਹੜਾ ਸੀ ਇਲੈਕਸ਼ਨ ਲੜੋ। ਹੁਣ ਕਿਸੇ ਬੰਦੀ ਸਿੰਘ ਪਰਿਵਾਰ ਨੂੰ ਇਹ ਸੀਟ ਦਿੱਤੀ ਜਾ ਕਿਉਂਕਿ ਇਹ ਕੰਧ ਤੇ ਲਿਖਿਆ ਸੱਚ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਦੀ ਚਿੰਤਾ ਸਤਾਉਂਦੀ ਸੀ ਕਿ ਜੇ ਮਾਨ ਨਾਲ ਵੀ ਘੱਟ ਵੋਟਾਂ ਅਕਾਲੀ ਦਲ ਬਾਦਲ ਨੂੰ ਮਿਲਦੀ ਹੈ ਤੇ ਫਿਰ ਮੂੰਹ ਜਾ ਕੇ ਕਿੱਥੇ ਵਿਖਾਵਾਂਗੇ, ਕੀ ਕਵਾਂਗੇ ਲੋਕਾਂ ਦੇ ਜੀ। ਚਲੋ ਹੁਣ ਮਾਨ ਸਾਹਿਬ ਨੂੰ ਆਖਰੀ ਅਪੀਲ ਕੀਤੀ ਕਿ ਬੰਦੀ ਸਿੰਘਾਂ ਦਾ ਮਾਮਲਾ ਜੀ ਮਾਨ ਸਾਹਿਬ ਅੱਜ ਹੀ ਤੁਸੀਂ ਕਿਤੇ ਵਿਡਰਾ ਕਰ ਲਓ, ਤੁਹਾਡੇ ਨਾਲ ਫਿਰ ਕਮਿਟਮੈਂਟ ਕਰਦੇ ਜੀ 2024 ਦੇ ਵਿੱਚ ਤੁਹਾਨੂੰ ਖੜਾ ਕੀਤਾ ਜੀ ਸਾਂਝਾ ਲੀਡਰ ਹੋ ਸਕਦਾ। ਔਰ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜੇ ਇਹਨਾਂ ਤੇ ਇੱਕ ਖੜਾ ਹੁੰਦਾ ਤੇ ਬਾਜੀ ਲਾਉਣੀ ਜਿਹੜੀ ਬੜੀ ਸੌਖੀ ਸੀ ਆਮ ਆਦਮੀ ਪਾਰਟੀ। ਕਿਉਂ? ਸੰਗਰੂਰ ਪੰਥਕ ਹਲਕਾ ਵਾ, ਇਸ ਕਰਕੇ ਬਾਜੀ ਲਾਉਣੀ ਸੌਖੀ। ਲੇਕਿਨ ਹੁਣ ਮਾਨ ਸਾਹਿਬ ਨੇ ਕੀ ਕਿਹਾ? ਮਾਨ ਸਾਹਿਬ ਕਹਿੰਦੇ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਠੀਕ ਹੈ, ਤੁਸੀਂ ਆਪਣਾ ਉਮੀਦਵਾਰ ਬਿਠਾ ਲਓ। ਮੈਂ ਤਾਂ ਆਪਣੀ ਜਿੰਮ ਭਖਾਈ ਹੈ, ਮੈਨੂੰ ਪਤਾ ਮੈਂ ਜੇਤੂ, ਤੁਸੀਂ ਜੋ ਮਰਜ਼ੀ ਕਹੀ ਜੋ। ਲੇਕਿਨ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ 2 ਮੈਂਬਰ ਪਾਰਲੀਮੈਂਟ ਸੀ, ਤੁਸੀਂ ਬੰਦੀ ਸਿੰਘਾਂ ਵਾਸਤੇ ਉੱਤੇ ਕੀ ਕਰ ਸਕੇ? ਜੇ ਨਹੀਂ ਕਰ ਸਕਦੇ ਤੇ ਜੇ ਬੀਬੀ ਚਲੇ ਜੀ ਤੇ ਕੀ ਕਰੋ? ਤੁਸੀਂ ਇਹ ਬਹਾਨੇ ਬਾਜੀ ਨਾ ਕਰੋ, ਤੁਸੀਂ ਆਪਣਾ ਉਮੀਦਵਾਰ ਉਠਾ ਲਓ। ਇਲੈਕਸ਼ਨ ਮੈਂ ਜਿੱਤੂਗਾ, ਮੇਰੇ ਵਿੱਚ ਤੇ ਬੇਬਾ ਮੈਂ ਮਿਹਨਤ ਕਰ ਰਿਹਾ ਤੇ ਗੱਲ ਵੀ ਠੀਕ ਆ। ਅੱਜ ਦੀ ਡੇਟ ਦੇ ਵਿੱਚ ਜੇ ਕਿਤੇ ਕੰਪੇਨ ਕਰ ਰਹੇ ਫਿਰ ਸਰਦਾਰ ਸਿਮਰਜੀਤ ਸਿੰਘ ਮਾਨ ਕਰ, ਬਾਕੀ ਕੋਈ ਪਾਰਟੀ ਕੰਪੇਨ ਨਹੀਂ ਜੀ ਕਰ ਰਹੀ, ਇਹ ਡੰਗ ਟਪਾ ਰਹੀ ਹੈ। ਕੇਵਲ ਸਿੰਘ ਢਿੱਲੋਂ ਨੇ ਆਪਣੇ ਇੱਕ ਦਫ਼ਤਰ ਨਹੀਂ ਖੋਲਿਆ, ਆਪਣੇ ਘੱਟ ਦਫ਼ਤਰ ਖੋਲ ਕੇ ਬੈਠੇ ਘਰੋਂ ਚਲਾ ਰਹੇ ਨੇ। ਚੱਲ ਠੀਕ ਜਿੰਨੀਆਂ ਵੋਟਾਂ ਪੈਣਗੀਆਂ ਪੈ ਜਾਣਗੀ। ਤੇ ਤੁਹਾਨੂੰ ਮੈਂ ਦੱਸ ਹੀ ਦਿੱਤੀ ਸ਼ਰਾਬੀਆਂ ਨੇ ਕੀ ਹਾਲਤ ਉੱਥੇ ਉਹਦੇ ਜੀ ਇਕੱਠੇ ਵੀ ਕੋਈ ਆਵੇ ਸਾਡਾ ਮੂੰਹ ਕੁਇਕਲੀ ਕਾਲ ਲੈ ਲਈ ਇੱਕ। ਔਰ ਬਲਡੋਜ਼ਰ ਰਾਜਨੀਤੀ ਬੜੀ ਚਰਚਾ ਦੇ ਵਿੱਚ ਹੈ, ਹੁਣ ਘਰ ਢਾ ਦਿੱਤਾ ਉਹ ਬੜੀ ਚਰਚਾ ਦੇ ਵਿੱਚ ਹੈ। ਔਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਹੈ ਭਾਰਤ ਦੇ ਵਿੱਚ ਇਹ ਜਿਹੜੀ ਹਿੰਸਾ ਹੋ ਰਹੀ ਹੈ ਕਿਉਂਕਿ ਉਹ ਸ਼ਰੇਆਮ ਚੈਲੰਜ ਹੈ ਕਿ ਜੁਮੇ ਨੂੰ ਫੇਰ ਵਿਰੋਧ ਕਰਾਂਗੇ, ਵਿਖਾਵੇ ਕਰਾਂਗੇ। ਉਹ ਕਹਿੰਦੇ ਜੁਮੇ ਤੋਂ ਬਾਅਦ ਸ਼ਨੀਵਾਰ ਵੀ ਆਉਣਾ, ਸ਼ੁੱਕਰਵਾਰ ਤੋਂ ਬਾਅਦ ਸ਼ਨੀਵਾਰ ਵੀ ਆਉਣਾ ਤੇ ਬਲਡੋਜ਼ਰ ਫੇਰ ਫਿਰਨੇ। ਇੱਕ ਬਲਡੋਜ਼ਰ ਨੇ ਘਰ ਢਾਇਆ, ਕਿੰਨੇ ਸਾਲਾਂ ਤੋਂ ਘਰ ਚੱਲਦਾ ਸੀਗਾ, ਜੇ ਉਹਦੇ 'ਚ ਕੋਈ ਖਰਾਬੀ ਸੀ ਤਾਂ ਉਹਨੂੰ ਲੀਗਲ ਤੌਰ 'ਤੇ ਇੱਕ ਦਿਨ ਦੇ ਵਿੱਚ ਕੀ ਇਵੇਂ ਮਲੀਆਬੇਟ ਕੀਤਾ ਜਾ ਸਕਦਾ, ਇਹ ਵੀ ਇੱਕ ਕਾਨੂੰਨ ਹੈ। ਉਹਦੀ ਪ੍ਰਕਿਰਿਆ ਕੀ ਆਪਾਂ ਗੱਲ ਕਰਾਂਗੇ ਤੁਹਾਡੇ ਕੋਲ ਜਾਣਨ ਦੀ। ਪਰੰਤੂ ਮੇਰੇ ਨਾਲ ਕਾਲਰ ਨੇ। ਵੈਲਕਮ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਪਟੇ ਸਾਹਿਬ ਪੁੱਛਣਾ ਸੀ ਉਹ ਜਿਹੜੀ ਆਪਾਂ ਸਿਕਿਉਰਿਟੀ ਭਗਵੰਤ ਮਾਨ ਹੋਣੀ ਜਿਹੜੀ ਪੰਜਾਬ ਸਰਕਾਰ ਉਹਨਾਂ ਨੂੰ ਕੇਜਰੀਵਾਲ ਨੂੰ ਤੇ ਉਹਦੇ ਰਘਵ ਚੱਡੇ ਨੂੰ ਤੇ ਸਾਰਿਆਂ ਨੂੰ ਜਿਹੜੀ ਉੱਥੇ ਪ੍ਰੋਵਾਈਡ ਕਰ ਰਹੇ ਉਹ ਪੇ ਕੌਣ ਕਰਦਾ ਜੀ? ਕਿਉਂਕਿ ਉਹਨਾਂ ਨੂੰ ਡੈਪੂਟੇਸ਼ਨ ਮਿਲਣਾ ਉਹਦੀ ਸੈਲਰੀ ਵੀ ਦਿੱਲੀ ਸਰਕਾਰ ਪੇ ਕਰਦੀ ਕਿ ਪੰਜਾਬ ਗਵਰਨਮੈਂਟ ਪੇ ਕਰ ਰਹੀ ਜੀ? ਨਾ ਜੀ ਨਾ 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 ਅਸੀਂ ਭਾਜੀ ਕਹਿ ਰਹੇ ਤੁਸੀਂ ਗੱਲ ਸਮਝੇ ਨਹੀਂ। ਸਾਡਾ ਸੁਪਰ ਸੀਐਮ ਦਿੱਲੀ ਸਰਕਾਰ ਕਿਉਂ ਕਰੂ? ਉਹ ਸਿਕਿਉਰਿਟੀ 92 ਦੇ ਕਰੀਬ ਬੰਦੇ ਦੇ ਕੋਲ ਕੇਜਰੀਵਾਲ ਕੋਲੇ ਗਏ ਸਿਕਿਉਰਿਟੀ ਵਾਸਤੇ ਤੇ ਉਹਨਾਂ ਦੀਆਂ ਤਨਖਾਹਾਂ ਤੇ ਖਰਚੇ ਪੰਜਾਬ ਸਰਕਾਰ ਤੇ ਬਹੁਤ ਪਾਏ ਜਾ ਰਹੇ ਨੇ। ਪੰਜਾਬ ਦੇ ਜਿਹੜੇ ਵੱਡੇ ਵੱਡੇ ਆਫੀਸਰ ਨੇ, ਪੰਜਾਬ ਦੇ ਆਫੀਸਰ ਸੁਪਰ ਸੀਐਮ ਕੋ ਜਾ ਕੇ ਰੋਂਦੇ ਨੇ, ਸੀਐਮ ਕੋ ਨਹੀਂ ਜੀ। ਸੀਐਮ ਹੈ ਭਗਵੰਤ ਮਾਨ, ਸੁਪਰ ਸੀਐਮ ਹੈ ਕੇਜਰੀਵਾਲ ਤੇ ਇੱਕ ਵਿੱਚ ਹੋਰ ਹੈਗਾ ਜੇ ਤੀਜਾ ਟੇਬਲ ਜਿਹੜਾ ਤੁਸੀਂ ਨਾਂ ਲਿਆ ਵਿੱਚ। ਹਾਂਜੀ, ਵੀਟੋ ਪਾਵਰ, ਸੁਪਰ ਪਾਵਰ ਕੇਜਰੀਵਾਲ ਪੰਜਾਬ ਦੀ। ਜੇਕਰ ਆਫੀਸਰ ਜਿਹੜਾ ਪੰਜਾਬ ਦਾ ਕੋਈ ਵੀ ABC ਕੋਈ ਵੀ ਕਿਸੇ ਮਹਿਕਮੇ ਨਾਲ ਰਿਲੇਟਡ ਜਿਹੜਾ ਜਾ ਕੇ ਉਹ ਸੁਪਰ ਸੀਐਮ ਕੋਲ ਹੁੰਦਾ ਹੈ ਤੇ ਫਿਰ ਮੁੱਖ ਮੰਤਰੀ ਕਿਹੜਾ ਹੋਇਆ? ਸੋਚਣ ਵਾਲੀ ਗੱਲ ਹੈ। ਭਗਤਾਂ ਨੂੰ ਵੈਸੇ ਮਿਰਚਾਂ ਲੱਗਦੀਆਂ ਨੇ ਇਹਨਾਂ ਗੱਲਾਂ ਦੀਆਂ, ਸੱਚਾਈ ਹੈ। ਬਲਡੋਜ਼ਰ ਰਾਜਨੀਤੀ ਦੀ ਰਿਪੋਰਟ ਸੁਪਰੀਮ ਕੋਰਟ ਨੇ 3 ਦਿਨਾਂ ਦੇ ਵਿੱਚ ਮੰਗੀ ਰਿਪੋਰਟ। ਅੱਖਾਂ ਤੇ ਪੱਟੀਆਂ ਨਾ ਬੰਨੋ, ਉਹ ਨਾ ਬੰਨੋ ਨਾ ਬੰਨੋ ਨਾ ਬੰਨੋ। ਅਸੀਂ ਭਗਵੰਤ ਮਾਨ ਦੇ ਵਿਰੋਧੀ ਨਹੀਂ, ਭਗਵੰਤ ਮਾਨ ਨੂੰ ਮੌਕਾ ਹੀ ਨਹੀਂ ਦੇ ਰਹੇ ਕੰਮ ਕਰਨ ਦਾ। ਉਹ ਭਗਵੰਤ ਮਾਨ ਨੇ ਇੱਕ ਗੱਲ ਕਹੀ ਜੀ, ਕਹਿੰਦਾ ਮੇਰੇ ਤੇ ਇੱਕ ਪੈਸੇ ਹੇਰਾਫੇਰੀ ਦਾ ਦੋਸ਼ ਸਾਬਤ ਕਰ ਦਿਓ, ਲੋਕੋ ਜੁੱਤੀਆਂ ਤੁਹਾਡੀਆਂ ਤੇ ਸਿਰ। ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜਿਹੜੀ ਗੱਲ ਅਸੀਂ ਰੋਜ਼ ਕਰਦੇ ਹੁੰਦੇ ਆ ਕਿ ਪਹਿਲਾਂ ਇੱਥੇ ਰਜਵਾੜੇ ਤੇ ਮਹਾਰਾਜੇ ਹੱਕ ਰਹੇ ਨੇ, ਕੰਮ ਰਹੇ ਨੇ ਪੰਜਾਬ ਦੀ ਮੁੱਖ ਮੰਤਰੀ, ਅੱਜ ਉਹਨਾਂ ਆਪਣੀ ਆਪ ਖੁਦ ਨਿਕਲਦੀ ਸਾਹਿਬ ਜੀ ਕਿ ਪਹਿਲਾਂ ਰਜਵਾੜੇ ਤੇ ਮਹਾਰਾਜੇ ਰਹੇ ਆ। ਜੇ ਪਹਿਲੀ ਵਾਰੀ ਕੋਈ ਗਰੀਬ ਸਿੱਖ ਦਾ ਜਾਂ ਗਰੀਬ ਕੋਈ ਆਦਮੀ ਬਣ ਗਿਆ ਇੱਥੇ ਮੁੱਖ ਮੰਤਰੀ ਸਾਨੂੰ ਪੀੜ ਝੋਣੀ ਹੋਣੀ ਹੈ। ਜੀ ਜੀ ਬਿਲਕੁਲ। ਹਾਂਜੀ, ਬਲਡੋਜ਼ਰ ਰਾਜਨੀਤੀ ਬਾਰੇ ਆਪਾਂ ਮਾਈਂਡ ਅਪ ਕਰਾਂਗੇ ਪਟੇ ਸਾਹਿਬ। ਜਿਹੜੀ ਗੱਲ ਕੀਤੀ ਤੁਸੀਂ ਜੀ, ਇਹ ਬਕਾਇਦਾ ਤੌਰ ਤੇ ਇੱਕ ਹੈਗੀ ਹੈ ਸਾਡੀ ਹਿੰਦੂ ਮੁਸਲਿਮ ਜਥੇਬੰਦੀ ਜਮੀਅਤ ਉਲੇਮਾ ਏ ਹਿੰਦ। ਇਹਨੇ ਇੱਕ ਪਟੀਸ਼ਨ ਪਾਈ ਸੁਪਰੀਮ ਕੋਰਟ ਦੇ ਵਿੱਚ ਜੀ ਕਿ ਆ ਜਿਹੜੀ ਜੋਗੀ ਸਰਕਾਰ ਆ ਇਹ ਮਿਨੋਰਟੀ ਦੇ ਘਰਾਂ ਤੇ ਬੁਲਡੋਜ਼ਰ ਚਲਾ ਕੇ ਨਜਾਇਜ਼ ਘਟਾ ਰਹੀ। ਤੇ ਸੁਪਰੀਮ ਕੋਰਟ ਦੀ ਇੱਕ ਰੂਲਿੰਗ ਭਾਵੇਂ ਜਿੱਥੇ ਮਰਜ਼ੀ ਬਿਠਾ ਦੇ ਘਰ ਬਣਿਆ ਤੁਸੀਂ ਘਰ ਨਹੀਂ ਢਾ ਸਕਦੇ ਹੋ, ਉਹਨੂੰ ਘਰੋਂ ਬਾਹਰ ਕੱਢ ਨਹੀਂ ਸਕਦੇ ਤੁਸੀਂ। ਇਹ ਸੁਪਰੀਮ ਕੋਰਟ ਦੀ ਰੂਲਿੰਗ ਪਹਿਲਾਂ ਦੀ ਹੈਗੀ ਹੈ। ਹੁਣ ਇਹਦੇ ਉੱਤੇ ਭਾਵੇਂ ਸੁਪਰੀਮ ਕੋਰਟ ਦੇ ਬਲਡੋਜ਼ਰ ਚੱਲਣ ਤੇ ਰੋਕ ਨਹੀਂ ਲਾਈ, ਲੇਕਿਨ ਇਹ ਯੂਪੀ ਸਰਕਾਰ ਨੂੰ ਹਦਾਇਤ ਕਰਤੀ ਕਿ 3 ਦਿਨਾਂ ਦੇ ਵਿੱਚ ਇਹਦੀ ਰਿਪੋਰਟ ਪੇਸ਼ ਕੀਤੀ ਜਾਏ ਕਿ ਉਹ ਜਿਹੜੀ ਫਾਤਮਾ ਬੀਬੀ ਉਹਦਾ ਘਰ ਕਿਉਂ ਢਾਇਆ, ਉਹਨੇ ਕੀ ਗੁਨਾਹ ਕੀਤਾ ਸੀ, ਉਹਦੇ ਖਿਲਾਫ ਕਿਹੜਾ ਮੁਕੱਦਮਾ ਦਰਜ ਸੀਗਾ, ਉਹਨੂੰ ਕੀ ਸਜ਼ਾ ਹੋਈ ਸੀ ਕੋਰਟ ਵੱਲੋਂ। ਹੁਣ ਇਹ ਦੇਖੋ ਗਲੇ ਦੀ ਹੱਡੀ ਯੂਪੀ ਸਰਕਾਰ ਦੀ ਬਣਦੀ ਹੈ ਜਾਂ ਨਹੀਂ ਬਣਦੀ, ਕਿਉਂਕਿ ਸਰਕਾਰ ਵੱਡਿਆ ਕਰਨ ਜਹਾਂਗੀਰ ਬਸਤੀ ਦਿੱਲੀ ਜਦੋਂ ਜਾ ਕੇ ਚੱਲੀ ਸੀ ਵਿਰੋਧ ਚੱਲਿਆ ਸੀਗਾ, 2 ਵਾਰੀ ਹੁਕਮ ਜਾਰੀ ਕਰਨੇ ਪਏ ਸੁਪਰੀਮ ਕੋਰਟ, 2 ਵਾਰੀ ਪਹਿਲੇ ਹੁਕਮ ਨੂੰ ਮਾਨਤਾ ਨਹੀਂ ਦਿੱਤੀ, ਦੂਜੀ ਵਾਰੀ ਫਿਰ ਕਰਨਾ ਪਿਆ ਸੀ ਭਾਈ ਤੁਸੀਂ ਗਲਤ ਕਰ ਰਹੇ ਹੋ, ਬੰਦ ਕਰੋ ਇਹਨੂੰ ਤੁਸੀਂ। ਇਸ ਕਰਕੇ ਸੁਪਰੀਮ ਕੋਰਟ ਜਸਟਿਸ ਰਮਨਦੀਪ ਜੱਟ ਜਿਹੜੇ ਥੋੜੇ ਜਿਹੇ ਇਨਸਾਫ ਪਸੰਦ ਹੁੰਦੇ ਉਹਨਾਂ ਐਕਸ਼ਨ ਲਿਆ ਵਾ, ਉਹਨਾਂ ਨੇ ਹਦਾਇਤ ਕੀਤੀ, ਹਦਾਇਤ ਨਹੀਂ ਅੱਗੇ ਜਾਰੀ ਕੀਤੀ ਯੂਪੀ ਸਰਕਾਰ ਨੂੰ ਕਿ ਸਾਨੂੰ ਕਿੰਨਾ ਦਾ ਕੋਈ ਸਬਮਿਟ ਕਰੋ ਜੀ ਜੀ ਕਿ ਤੁਸੀਂ ਇਹ ਕਰ ਕੀ ਰਹੇ, ਲੋਕਾਂ ਨੂੰ ਪਰੇਸ਼ਾਨ ਕਿਉਂ ਕੀਤੇ ਜਾ ਰਹੇ ਹੋ। ਸਾਡੇ ਕੋਲ ਪਟੀਸ਼ਨ ਆਈ ਹੈ, ਚਾਹੀਦਾ ਇਹ ਸੀ ਵੀ ਗੋਬਿੰਦ ਮਾਥਰ ਚੀਫ ਜਸਟਿਸ ਇਲਾਹਾਬਾਦ ਹਾਈ ਕੋਰਟ ਦੇ ਰਿਟਾਇਰ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਇਲਾਹਾਬਾਦ ਹਾਈ ਕੋਰਟ ਨੂੰ ਜਾਂ ਸੁਪਰੀਮ ਕੋਰਟ ਨੂੰ ਇਹਦੇ ਉੱਤੇ ਬਦਲੂ ਚੱਲਦਾ ਹੈ ਤੇ ਸੀ ਹੁਕਮ ਲਗਾ ਸੀ ਪਰ ਨਹੀਂ ਲਿਆ ਗਿਆ ਜੀ। ਪਰ ਸਾਹਿਬ ਬਹੁਤ ਵੱਡੀ ਤਾਦਾਦ ਦੇ ਵਿੱਚ ਸਾਡਾ ਭਾਰਤੀ ਭਾਈਚਾਰਾ ਅਰਬ ਕੰਟਰੀਆਂ ਦੇ ਵਿੱਚ ਕੰਮ ਕਰ ਲਈ ਗਿਆ, ਉੱਥੋਂ ਦੇ ਹਾਲਾਤ ਆਪਾਂ ਦੇਖ ਹੀ ਰਹੇ ਹਾਂ, ਠੀਕ ਹੈ ਜੀ ਜੀ ਜੀ। ਪਾਕਿਸਤਾਨ ਦੇ ਵਿੱਚ ਸਿੰਧੂ ਸਿੱਖ ਭਾਈਚਾਰੇ ਤੇ ਕੋਈ ਘਟਨਾ ਵਾਪਰਦੀ ਹੈ ਤੇ ਅਸੀਂ ਲਾਲਾ 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 ਕਰਦੇ ਹਾਂ। ਹਾਂਜੀ, ਉੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਸਾਡਾ ਭਾਰਤੀ ਭਾਈਚਾਰਾ ਰਹਿੰਦਾ, ਹਿੰਦੂ ਭਾਈਚਾਰਾ, ਸਿੱਖ ਭਾਈਚਾਰਾ ਰਹਿੰਦਾ, ਉਹਨਾਂ ਦੇ ਵੀ ਇੱਦਾਂ ਦੇ ਘਰ ਹੋਣਗੇ ਜਿਹੜੇ ਕਿਸੇ ਨੇ ਮਾੜਾ ਮੋਟਾ ਇੱਧਰ ਉੱਧਰ ਕਰਕੇ ਬਣਾਏ ਹੋਣਗੇ। ਜੇ ਬਲਡੋਜ਼ਰ ਉੱਥੇ ਫਿਰ ਗਏ ਫਿਰ ਕੁਝ ਕੱਟੜਪੰਥੀ ਉੱਥੇ ਨਿਕਲ ਆਏ, ਫਿਰ ਕਿਸੇ ਸੂਬੇ ਦਾ ਮੁੱਖ ਮੰਤਰੀ ਉੱਥੇ ਭੈੜਾ ਨਿਕਲ ਆਇਆ, ਫਿਰ ਇਸ ਤਰ੍ਹਾਂ ਦੀਆਂ ਮਨਮਰਜ਼ੀਆਂ ਕਰਨ ਵਾਲਾ, ਕਾਨੂੰਨ ਨੂੰ ਛਿੱਕੇ ਟੰਗਣ ਵਾਲਾ। ਫਾਤਮਾ ਬੀਬੀ ਦੇ ਨਾਂ ਤੇ ਘਰ ਆ,
ਜਿਹੜਾ ਨੋਟਿਸ ਆ ਉਹਦੇ ਹਸਬੈਂਡ ਨੂੰ ਭੇਜਿਆ ਜਾਂਦਾ, ਬਿੱਲ ਬੱਤੀਆਂ ਜਿਹੜੀਆਂ ਨੇ ਉਹ ਫਾਤਮਾ ਦੇ ਨਾਂ ਤੇ ਆਉਂਦੀਆਂ ਨੇ, ਜਿਹੜੀ ਉਹਦੀ ਧਰਮ ਪਤਨੀ ਆ ਉਹਦੇ ਦਾਦੇ ਨੇ ਉਹਨਾਂ ਨੂੰ ਉਹ ਜਗ੍ਹਾ ਜਿਹੜੀ ਆ ਦਿੱਤੀ ਹੈ ਤੇ ਕਿੰਨੇ ਵਰਿਆਂ ਤੋਂ ਉਹ ਘਰ ਬਣਿਆ ਹੋਇਆ। ਬਸ ਇਹ ਹੈ ਕਿ ਉਹ ਆਪਣੇ ਧਰਮ ਦੀ ਖਾਤਰ ਆਵਾਜ਼ ਉਹਨੇ ਬੁਲੰਦ ਕੀਤੀ ਹੈ, ਜੋ ਵੀ ਉਹਨਾਂ ਦੇ ਰਹਿਬਰ ਬਾਰੇ, ਉਹਦੀ ਗ੍ਰਿਫਤਾਰੀ ਤੋਂ ਬਾਅਦ ਇਹ ਘਰ ਢਾਇਆ ਜਾਂਦਾ। ਤੇ ਨੋਟਿਸ ਕੋਈ ਨਹੀਂ ਵੀ ਇਹ ਗੈਰ ਕਾਨੂੰਨੀ ਤਰੀਕੇ ਨਾਲ ਬਣਿਆ ਵਾ, ਜੇ ਇਹ ਤੇ ਜੁਰਮਾਨਾ ਠੋਕ ਸਕਦਾ ਜਾਂ ਇਹਨੂੰ ਚੇਂਜ ਕਰੋ, ਸਿੱਧਾ ਹੀ ਲਿਆ ਕੇ ਬੁਲਡੋਜ਼ਰ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਹਾਂਜੀ, ਤੇ ਕਾਨੂੰਨ ਤਾਂ ਕੋਈ ਨਾ ਹੋਇਆ। ਅਫਸੋਸ ਇਹ ਗੱਲ ਆ ਜੀ, ਸਾਡੇ ਕੀ ਪੱਤਰਕਾਰ ਵੀਰ ਕਹਿੰਦੇ ਉਹ ਕੰਧ ਰਹਿ ਗਈ ਉਟਾ ਦੇ, ਆਹ ਸਤਿਗੁਰੂ ਢਾਈ ਤੂੰ, ਉੱਥੇ ਜਾ ਕੇ ਪਾਰਟੀ ਉਹ ਬਣੇ ਨੇ। ਚਲੋ ਵੀ ਇੱਕ ਮਿੰਟ ਬਸ ਜੀ, ਬਸ ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।